ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ ਹੈ। ਅਰਦਾਸ ਕਰਨ ਵਾਸਤੇ ਪੂਰਨ ਪ੍ਰਾਪਤੀ ਵਾਲੇ ਸਿੰਘਾਂ ਦੀ ਲੋੜ ਜਾਂ ਰਹਿਤਵੰਨ ਸਿੰਘਾਂ ਦੀ ਵੀ ਸਤਿਗੁਰੂ ਜੀ ਸੁਣਦੇ ਹਨ ਤੇ ਗੱਲ ਵਿੱਚ ਹਜ਼ੂਰੀਆ ਰੱਖਣਾ ਕਿਤਨਾ ਜ਼ਰੂਰੀ ਹੈ। ਕਈ ਵਾਰੀ ਉਹ ਗੁਰਸਿੱਖ ਜੋ ਮਾਇਆ ਕਰਕੇ ਧਨਾੜ ਹੁੰਦੇ ਹਨ, ਮਾਇਆ ਦੇ ਜੰਜਾਲ ਵਿੱਚ ਫਸਣ ਕਰਕੇ ਉਹਨਾਂ ਪਾਸੋਂ ਗੁਰਦੁਆਰਾ ਸਾਹਿਬ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਹੁੰਦਾ, ਪਰ ਮਨ ਕਰਕੇ ਉਹ ਸਤਿਗੁਰੂ ਜੀ ਨੂੰ ਛੱਡ ਵੀ ਨਹੀਂ ਸਕਦੇ। ਇਹਦੇ ਹੱਲ ਵਾਸਤੇ ਉਹ ਪ੍ਰੇਮੀ ਆਪਣੇ ਘਰ ਵਿੱਚ ਹੀ ਸਤਿਗੁਰੂ ਜੀ ਦਾ ਪ੍ਰਕਾਸ਼ ਕਰ ਲੈਂਦੇ ਹਨ ਅਤੇ ਸਵੇਰੇ ਸ਼ਾਮ ਗੁਰੂ ਦੇ ਚਰਨਾਂ ਨੂੰ ਪਰਸਣ ਦਾ ਆਹਾਰ ਬਣਾ ਲੈਂਦੇ ਹਨ। ਪਰ ਕਈ ਵਾਰੀ ਵੇਖਣ ਵਿੱਚ ਆਇਆ ਹੈ ਕਿ ਗੁਰਮੁਖ ਪਿਆਰਿਆਂ ਦੀ ਕੋਠੀ ਤਾਂ ਕਈ ਕਨਾਲਾਂ ਵਿੱਚ ਹੁੰਦੀ ਹੈ। ਉਸ ਵਿੱਚ ਬੜੇ ਬੜੇ ਸੁੰਦਰ ਕਮਰੇ ਮਹਿਮਾਨਾਂ ਦੇ ਬੈਠਣ ਅਤੇ ਲੰਗਰ ਛਕਣ ਲਈ ਰਾਖਵੇਂ ਰੱਖੇ ਹੁੰਦੇ ਹਨ, ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਕਮਰੇ ਵਿੱਚ ਕਰਨਗੇ ਜਿਹੜਾ ਘਰ ਵਿੱਚ ਸਭ ਤੋਂ ਛੋਟਾ ਹੋਵੇ ਜਾਂ ਕਿਸੇ ਸਮੇਂ ਘਰ ਦਾ ਫਾਲਤੂ ਸਮਾਨ ਰੱਖਣ ਲਈ ਬਣਾਇਆ ਗਿਆ ਹੋਵੇ, ਜਿਸ ਵਿੱਚ ਨਾ ਤਾਂ ਚੰਗੀ ਤਰ੍ਹਾਂ ਹਵਾ ਤੇ ਨਾ ਹੀ ਰੋਸ਼ਨੀ ਆਉਂਦੀ ਹੋਵੇ। ਜਾਂ ਇੰਝ ਕਹਿ ਲਈਏ ਕਿ ਜਿਹੜਾ ਕਮਰਾ ਕਿਸੇ ਹੋਰ ਵਰਤੋਂ ਵਿੱਚ ਨਹੀਂ ਆ ਸਕਦਾ, ਉਸ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਸਤੇ ਵਰਤ ਲੈਂਦੇ ਹਨ। ਕਈ ਵਾਰ ਤਾਂ ਮਕਾਨ ਦੇ ਉੱਪਰ ਚੜ੍ਹਾਈ ਗਈ ਪੌੜੀ ਦੇ ਹੇਠਾਂ ਖਾਲੀ ਜਗ੍ਹਾ ਦੇ ਨਾਲ ਥੋੜ੍ਹੀ ਜਿਹੀ ਹੋਰ ਥਾਂ ਰਲਾ ਕੇ ਉਸ ਦਾ ਕਮਰਾ ਬਣਾ ਕੇ ਸਤਿਗੁਰੂ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ। ਬਾਬਾ ਜੀ ਜਦੋਂ ਇਸ ਤਰ੍ਹਾਂ ਕਿਸੇ ਘਰ ਸਤਿਗੁਰੂ ਜੀ ਦਾ ਪ੍ਰਕਾਸ਼ ਵੇਖ ਲੈਣ ਤਾਂ ਉਸ ਨੂੰ ਬਹੁਤ ਤਾੜਨਾ ਕਰਦੇ ਕਿ ਭਲਿਆ ਲੋਕਾ, ਜਿਸ ਸਤਿਗੁਰੂ ਦੀ ਨੇ ਐਡਾ ਵੱਡਾ ਤੈਨੂੰ ਮਕਾਨ ਦਿੱਤਾ ਹੈ, ਜਿਸ ਦਾਤੇ ਦੀ ਕਿਰਪਾ ਦ੍ਰਿਸ਼ਟੀ ਨਾਲ ਤੂੰ ਕਾਰਾਂ ਤੇ ਚੜ੍ਹਿਆ ਫਿਰਦਾ ਹੈ ਅਤੇ ਜਿਸ ਸਤਿਗੁਰੂ ਨੇ ਤੈਨੂੰ ਐਨੀ ਮਾਇਆ ਬਖਸ਼ੀ ਹੈ, ਇੱਥੇ ਹੀ ਬਸ ਨਹੀਂ, ਹਰ ਰੋਜ਼ ਸਵੇਰੇ ਸ਼ਾਮੀ ਜਿਸ ਦਾਤੇ ਦੇ ਅੱਗੇ ਹੱਥ ਅੱਡ ਕੇ ਆਰਥਕ ਪਰਮਾਰਥਕ ਵਸਤੂਆਂ ਮੰਗਦਾ ਹੈ, ਕਿ ਉਸ ਨੂੰ ਬਿਠਾਉਣ ਲਈ ਜਾਂ ਬਿਰਾਜਮਾਨ ਕਰਨ ਵਾਸਤੇ ਸਾਰੇ ਘਰ ਵਿੱਚੋਂ ਤੈਨੂੰ ਇਹੋ ਕੋਠੜੀ ਹੀ ਲੱਭੀ ਹੈ। ਜੇ ਕੋਈ ਛੋਟਾ ਮੋਟਾ ਮਹਿਮਾਨ ਵੀ ਆ ਜਾਵੇ ਨਾ, ਤਾਂ ਉਸ ਨੂੰ ਬੜੇ ਵੱਡੇ ਵੱਡੇ ਖੁੱਲ੍ਹੇ ਰੋਸ਼ਨੀ ਵਾਲੇ ਕਮਰਿਆਂ ਵਿੱਚ ਬਿਠਾ ਕੇ ਆਓ ਭਗਤ ਕਰਦਾ ਹੈ। ਪਰ ਜੋ ਦੀਨ ਦੁਨੀ ਦੇ ਸ਼ਹਿਨਸ਼ਾਹ, ਮੁਕਤ ਭੁਗਤ ਦੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹਨਾਂ ਦਾ ਸਤਿਕਾਰ ਇੱਕ ਦੁਨਿਆਵੀ ਮਨੁੱਖ ਜਿੰਨਾ ਵੀ ਤੁਸੀਂ ਲੋਕ ਨਹੀਂ ਕਰਦੇ। ਇਸ ਵਿੱਚ ਸਤਿਗੁਰੂ ਜੀ ਨੂੰ ਤਾਂ ਕਿਸੇ ਕਿਸਮ ਦਾ ਕੋਈ ਫਰਕ ਨਹੀਂ, ਇਸ ਵਿੱਚ ਕੇਵਲ ਸਾਡਾ ਆਪਣਾ ਹੀ ਨੁਕਸਾਨ ਹੈ। ਜੇਕਰ ਕਿਤੇ ਸਤਿਗੁਰੂ ਜੀ ਦਾ ਸੁਖ ਆਸਨ, ਅਲਮਾਰੀ ਜਾਂ ਮੰਜੀ ਸਾਹਿਬ ਜਿਸ ਉੱਪਰ ਸਤਿਗੁਰੂ ਜੀ ਦਾ ਪ੍ਰਕਾਸ਼ ਕਰੀਦਾ ਹੈ ਉੱਪਰ ਕੀਤਾ ਜਾਂਦਾ ਹੋਵੇ, ਤਾਂ ਬਾਬਾ ਜੀ ਇਸ ਕੁਰੀਤੀ ਨੂੰ ਦੂਰ ਕਰਨ ਲਈ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਪ੍ਰੇਰਨਾ ਕਰਦੇ ਅਤੇ ਜਿੰਨੀ ਮਾਇਆ ਕੋਲ ਹੁੰਦੀ ਉਸ ਪ੍ਰੇਮੀ ਨੂੰ ਦੇਣ ਲਈ ਜ਼ੋਰ ਲਾਉਂਦੇ ਕਿ ਜਲਦੀ ਤੋਂ ਜਲਦੀ ਗੁਰੂ ਪਾਤਸ਼ਾਹ ਜੀ ਦੇ ਸੁਖ ਆਸਣ ਲਈ ਪਲੰਘ ਤਿਆਰ ਕਰਵਾਵੇ। ਜਿਸ ਗੁਰਦੁਆਰੇ ਵਿੱਚ ਵੀ ਇਹ ਘਾਟ ਹੁੰਦੀ, ਉੱਥੋਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਗੁਰਦੇਵ ਜੀ ਨੂੰ ਰਾਤ ਸਮੇਂ ਪਲੰਘ ਉੱਪਰ ਬਿਰਾਜਮਾਨ ਕਰਨ ਲਈ ਪ੍ਰੇਰਨਾ ਦਿੰਦੇ ਅਤੇ ਜਥਾ ਸ਼ਕਤ ਮਾਇਆ ਦੇ ਕੇ ਇਸ ਸੇਵਾ ਨੂੰ ਆਰੰਭ ਕਰਵਾ ਦਿੰਦੇ। ਪਟਿਆਲੇ ਸ਼ਹਿਰ ਵਿੱਚ ਬਾਬਾ ਜੀ ਦੇ ਇੱਕ ਗੁਰਮੁਖ ਪ੍ਰੇਮੀ ਦੇ ਘਰ ਗਏ। ਉਸ ਘਰ ਵਿੱਚ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪਰ ਇੱਥੇ ਉੱਪਰ ਲਿਖੀ ਸਰਦਾਰਾਂ ਵਾਲੀ ਗੱਲ ਨਹੀਂ ਸੀ। ਸਤਿਗੁਰੂ ਜੀ ਨੂੰ ਆਪਣਾ ਸਾਖਿਆਤ ਇਸ਼ਟ ਜਾਣ ਕੇ ਸਾਰਾ ਪਰਿਵਾਰ ਸੇਵਾ ਕਰਦਾ ਸੀ। ਸਤਿਗੁਰੂ ਜੀ ਕੋਠੀ ਦੇ ਉੱਪਰ ਸੁੰਦਰ ਕਮਰੇ ਵਿੱਚ ਪ੍ਰਕਾਸ਼ ਸਨ, ਵਿਚਕਾਰ ਪਰਦਾ ਕਰਕੇ ਦੂਸਰੇ ਪਾਸੇ ਸਤਿਗੁਰੂ ਜੀ ਨੂੰ ਬਿਰਾਜਮਾਨ ਕਰਨ ਲਈ ਪਲੰਘ ਸੀ। ਬਾਬਾ ਜੀ ਮਹਾਰਾਜ ਜੀ ਦਾ ਅਦਬ ਸਤਿਕਾਰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਸ਼ਾਬਾਸ਼ ਅਤੇ ਗੁਰੂ ਮਿਹਰ ਭਰੀਆਂ ਅਸੀਸਾਂ ਦਿੱਤੀਆਂ। ਬਾਬਾ ਜੀ ਨੇ ਇਸ ਘਰ ਵਿੱਚ 2 ਦਿਨ ਹੋਰ ਠਹਿਰਨਾ ਸੀ। ਜਿਵੇਂ ਜਿਵੇਂ ਸਤਸੰਗੀਆਂ ਸਨੇਹੀਆਂ ਨੂੰ ਪਤਾ ਲੱਗਾ, ਉਹ ਬਾਬਾ ਜੀ ਦੀ ਸੰਗਤ ਕਰਨ ਆਉਣ ਲੱਗੇ। ਇੱਧਰ ਬਠਿੰਡੇ ਤੋਂ ਕੁਝ ਪ੍ਰੇਮੀ ਬਾਬਾ ਜੀ ਨੂੰ ਮਿਲਣ ਆਏ। ਜਦੋਂ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਹਨਾਂ ਨੂੰ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ ਤਾਂ ਪਟਿਆਲੇ ਕਿਸੇ ਪ੍ਰੇਮੀ ਦੇ ਘਰ ਗਏ ਹੋਏ ਹਨ। ਉਹ ਬਠਿੰਡੇ ਵਾਲੇ ਪ੍ਰੇਮੀ ਕਾਰ ਵਿੱਚ ਆਏ ਸਨ ਤੇ ਜਲ ਪਾਣੀ ਛਕ ਕੇ ਸ਼ਾਮ ਨੂੰ ਹੀ ਪਟਿਆਲੇ ਪੁੱਛਦੇ ਪਛਾਉਂਦੇ ਬਾਬਾ ਜੀ ਪਾਸ ਪੁੱਜ ਗਏ। ਰਾਤ ਬਾਬਾ ਜੀ ਪਾਸ ਉਸੇ ਘਰ ਹੀ ਠਹਿਰੇ। ਉਹਨਾਂ ਦੱਸਿਆ ਕਿ ਸਾਡੀ ਲੜਕੀ ਕਾਫੀ ਚਿਰ ਤੋਂ ਬਿਮਾਰ ਹੈ, ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ, ਸੋ ਆਪ ਜੀ ਹੀ ਕਿਰਪਾ ਕਰੋ ਉਹ ਰਾਜੀ ਹੋ ਜਾਵੇ। ਬਾਬਾ ਜੀ ਉਹਨਾਂ ਨੂੰ ਕਾਫੀ ਗੁੱਸੇ ਹੋਏ ਤੇ ਆਖਿਆ ਕਿ ਮੈਂ ਲੋਕਾਂ ਦੇ ਮੁੰਡੇ ਕੁੜੀਆਂ ਰਾਜੀ ਨਹੀਂ ਕਰਦਾ ਫਿਰਦਾ। ਕੋਈ ਪਰਮੇਸ਼ਰ ਦੇ ਘਰ ਦੀ ਗੱਲ ਪੁੱਛਣੀ ਹੈ ਤਾਂ ਦੱਸੋ, ਨਾ ਹੀ ਮੈਂ ਕਿਸੇ ਨੂੰ ਵਰ ਸ਼ਰਾਪ ਦਿੰਦਾ ਹਾਂ। ਉਹ ਵੀ ਪੜ੍ਹੇ ਲਿਖੇ ਹੰਢੇ ਹੋਏ ਅਫਸਰ ਸਨ। ਜਿਸ ਘਰ ਵਿੱਚ ਉਹ ਠਹਿਰੇ ਹੋਏ ਸਨ, ਉਹਨਾਂ ਨੂੰ ਆਪਣੀ ਵਿਥਿਆ ਦੱਸ ਕੇ ਵਾਕਫੀ ਬਣਾ ਲਈ ਤੇ ਬਾਬਾ ਜੀ ਨੂੰ ਬੇਨਤੀ ਕਰਨ ਲਈ ਉਸ ਪਰਿਵਾਰ ਨੂੰ ਮਨਾ ਲਿਆ। ਦਿਨ ਦੇ ਚੜ੍ਹਾਅ ਨਾਲ 5-10 ਹੋਰ ਪ੍ਰੇਮੀ ਸੰਗਤ ਦਾ ਲਾਹਾ ਲੈ ਰਹੇ ਸਨ। ਤਦ ਘਰ ਵਾਲੇ ਪ੍ਰੇਮੀਆਂ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਉਹ ਬਠਿੰਡੇ ਵਾਲੇ ਪ੍ਰੇਮੀਆਂ ਦੀ ਲੜਕੀ ਦੀ ਦੇਹ ਅਰੋਗਤਾ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਮਨਾ ਲਿਆ। ਬਾਬਾ ਜੀ ਨੇ ਆਖਿਆ ਕਿ ਸਤਿਗੁਰੂ ਜੀ ਦਾ ਹੁਕਮ ਲਵਾਂਗੇ, ਜੇ ਮਹਾਰਾਜ ਨੇ ਆਗਿਆ ਦੇ ਦਿੱਤੀ ਤਾਂ 5 ਸਿੰਘਾਂ ਪਾਸੋਂ ਅਰਦਾਸ ਕਰਾ ਦਿਆਂਗੇ।
ਇਹ ਫੈਸਲਾ ਕਰਕੇ ਸਾਰੀ ਸੰਗਤ ਸਮੇਤ ਬਾਬਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜ ਗਏ। ਦਰਸ਼ਨਾਂ ਦਾ ਹੁਕਮਨਾਮਾ ਲੈ ਕੇ ਦੂਸਰਾ ਹੁਕਮਨਾਮਾ ਉਸ ਲੜਕੀ ਦੀ ਸਿਹਤਯਾਬੀ ਦੀ ਅਰਦਾਸ ਵਾਸਤੇ ਲਿਆ। ਗੁਰੂ ਪਾਤਸ਼ਾਹ ਜੀ ਨੇ ਆਗਿਆ ਬਖਸ਼ਿਸ਼ ਕਰ ਦਿੱਤੀ। ਹੁਣ ਸੰਗਤ ਵਿੱਚ ਵਿਚਾਰ ਚੱਲੀ ਕਿ ਅਰਦਾਸ ਕਰਨ ਵਾਸਤੇ ਪੂਰਨ ਗੁਰਸਿੱਖਾਂ ਦੀ ਲੋੜ ਹੈ। ਉਹਨਾਂ ਦੀ ਕੀਤੀ ਬੇਨਤੀ ਹੀ ਸਤਿਗੁਰੂ ਜੀ ਮਨਜ਼ੂਰ ਕਰਨਗੇ। ਕਾਫੀ ਸਮਾਂ ਇਹ ਵਿਚਾਰ ਚੱਲਦੀ ਰਹੀ। ਅਖੀਰ ਬਾਬਾ ਜੀ ਨੇ ਫੈਸਲਾ ਕੀਤਾ ਕਿ ਸਾਰੀ ਸੰਗਤ 10-15 ਮਿੰਟਾਂ ਵਾਸਤੇ ਸਿਮਰਨ ਕਰੋ। ਉਪਰੰਤ ਸਤਿਗੁਰੂ ਜੀ ਪਾਸੋਂ ਹੀ ਇਹ ਨਿਰਣਾ ਕਰਵਾ ਲੈਂਦੇ ਹਾਂ ਕਿ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਪੂਰਨ ਪੁੱਜੇ ਹੋਏ ਗੁਰਸਿੱਖਾਂ ਦੀ ਹੀ ਲੋੜ ਹੈ ਜਾਂ ਕਿ ਹਰ ਗੁਰਸਿੱਖ ਦੀ ਬੇਨਤੀ ਸਤਿਗੁਰੂ ਜੀ ਪ੍ਰਵਾਨ ਕਰ ਲੈਂਦੇ ਹਨ। ਬਾਬਾ ਜੀ ਨੇ ਸਿਮਰਨ ਤੋਂ ਬਾਅਦ ਸਰਬ ਸੰਗਤ ਸਮੇਤ ਖਲੋ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਉੱਪਰ ਲਿਖੇ ਲਫ਼ਜ਼ ਸਤਿਗੁਰਾਂ ਦੇ ਸਨਮੁਖ ਦੁਹਰਾਏ ਕਿ ਹੇ ਦਾਤਾਰ ਜੀ, ਆਪ ਜੀ ਸਾਡੀ ਸ਼ੰਕਾ ਨਿਵਰਤ ਕਰੋ। ਅਰਦਾਸ ਕਰਨ ਉਪਰੰਤ ਮੱਥਾ ਟੇਕ ਕੇ ਫਤਿਹ ਬੁਲਾਈ ਅਤੇ ਸਾਰੀ ਸੰਗਤ ਸਮੇਤ ਆਪ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ। ਸਾਰੀ ਸੰਗਤ ਬਹੁਤ ਖਿੱਚ ਵਿੱਚ ਸ਼ਾਂਤ ਚਿੱਤ ਬੈਠੀ ਸੀ ਕਿ ਸ਼ਾਇਦ ਸਾਨੂੰ ਵੀ ਸਤਿਗੁਰਾਂ ਦੇ ਦਰਸ਼ਨ ਜਾਂ ਬਚਨ ਪ੍ਰਾਪਤ ਹੋ ਜਾਣ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿੱਥੇ ਸਿੰਘ ਸਤਿਗੁਰਾਂ ਨੂੰ ਚੌਰ ਸਾਹਿਬ ਕਰਦਾ ਸੀ, ਉਹ ਥਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਬਾਬਾ ਜੀ ਨੂੰ ਹੋਏ। ਸਾਰਾ ਕਮਰਾ ਪ੍ਰਕਾਸ਼ ਨਾਲ ਨੂਰੋ ਨੂਰ ਸੀ। ਤਿੰਨੀ ਪਾਸੀਂ ਕੰਧਾਂ ਦੇ ਨਾਲ ਕਈ ਵਡੇਰੀ ਉਮਰ ਦੇ ਸਿੰਘ, ਕਈ ਛੋਟੀ ਉਮਰ ਦੇ ਸਿੰਘ, ਕਈਆਂ ਦੇ ਚਿਹਰਿਆਂ ਤੇ ਕਾਫੀ ਜਲਾਲ ਸੀ, ਪਰ ਹਰ ਗੁਰਸਿੱਖ ਦੇ ਨਾਲ ਇੱਕ ਸਰੂਪ ਕਲਗੀਧਰ ਜੀ ਦਾ ਸੀ। ਮਾਨੋ ਇਵੇਂ ਕਿ ਇੱਕ ਸਿੰਘ, ਇੱਕ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਫਿਰ ਇੱਕ ਸਿੰਘ, ਫਿਰ ਇੱਕ ਸਰੂਪ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਸੀ, ਸੋ ਉੱਥੇ ਜੋ ਤਾਬਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਸੀ। ਉਹਨਾਂ ਨੇ ਬਚਨ ਕੀਤਾ ਕਿ ਭਾਈ ਹਰਨਾਮ ਸਿੰਘ, ਆ ਜਿੰਨੇ ਵੀ ਗੁਰਸਿੱਖ ਹਨ, ਕੀ ਇਹ ਪਰਮ ਪਦ ਨੂੰ ਪ੍ਰਾਪਤ ਹੋ ਚੁੱਕੇ ਨੇ? ਬਾਬਾ ਜੀ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ, ਇਹ ਤਾਂ ਆਪ ਜੀ ਹੀ ਜਾਣਦੇ ਹੋ। ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਇਹਨਾਂ ਸਾਰਿਆਂ ਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ, ਪਰ ਇਹ ਸਾਰੇ ਰਹਿਤਵਾਨ ਸਿੰਘ ਹਨ ਅਤੇ ਗੁਰਸਿੱਖੀ ਦੇ ਅਸੂਲਾਂ ਦੇ ਪੂਰਨ ਧਾਰਨੀ ਹਨ। ਜੋ ਵੀ ਗੁਰਸਿੱਖ ਰਹਿਤ ਰੱਖਦਾ ਹੈ, ਚੌਂਕ ਰਹਿਤਾਂ ਤੋਂ ਬਚਿਆ ਹੈ, ਸੱਤਾਂ ਬਾਣੀਆਂ ਦਾ ਨਿਤਨੇਮੀ ਹੈ, ਜਿਵੇਂ ਤੁਸੀਂ ਹੁਣ ਵੇਖ ਰਹੇ ਹੋ ਨਾ, ਮੈਂ ਹਰ ਸਮੇਂ ਉਹਨਾਂ ਦੇ ਨਾਲ ਹਾਂ। ਅਰਦਾਸ ਵੀ ਹਰ ਇੱਕ ਦੀ ਸੁਣਦਾ ਹਾਂ, ਪਰ ਉਹ ਹੀ ਵਸਤੂ ਉਹਨਾਂ ਨੂੰ ਦਿੰਦਾ ਹਾਂ ਜਿਸ ਵਿੱਚ ਉਹਨਾਂ ਦਾ ਭਲਾ ਹੋਵੇ। ਬਾਕੀ ਸਾਡੇ ਵਾਸਤੇ ਪੂਰਨ ਪਦ ਵਾਲੇ ਗੁਰਸਿੱਖਾਂ ਵਿੱਚ ਅਤੇ ਰਹਿਤਵਾਨ ਗੁਰਸਿੱਖਾਂ ਵਿੱਚ ਕੋਈ ਭੇਦ ਨਹੀਂ। ਦੂਸਰੇ ਜੋ ਪ੍ਰੇਮੀ ਲੜਕੀ ਦੀ ਦੇਹ ਰੋਗਤਾ ਲਈ ਅਰਦਾਸ ਕਰਵਾਉਣ ਆਏ ਹਨ, ਉਹਨਾਂ ਨੂੰ ਸਾਡੀ ਵੱਲੋਂ ਆਖ ਦਿਓ ਕਿ ਕਿਸੇ ਰਹਿਤਵਾਨ ਨਿਤਨੇਮੀ ਸਿੰਘ ਪਾਸੋਂ ਸਾਡੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣ। ਪਾਠੀ ਸਿੰਘ ਉੱਚੀ ਬੋਲ ਕੇ ਪਾਠ ਕਰੇ। ਜਿੰਨਾ ਚਿਰ ਪਾਠ ਕਰਨਾ ਹੋਵੇ, ਲੜਕੀ ਬੈਠ ਕੇ ਜਾਂ ਲੇਟ ਕੇ ਪਾਠ ਸੁਣੇ। ਪਾਠੀ ਸਿੰਘ ਦੀ ਭੇਟਾ 500 ਰੁਪਈਆ ਰੱਖਣ। ਉਹਨਾਂ ਨੂੰ ਇੱਕ ਹੋਰ ਖਾਸ ਹਦਾਇਤ ਇਹ ਕਰਨੀ ਕਿ ਉਹ ਉਂਝ ਤਾਂ ਸਦਾ ਲਈ ਮਾਸ ਸ਼ਰਾਬ ਦਾ ਤਿਆਗ ਕਰ ਦੇਣ, ਪਰ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਜਿੰਨਾ ਚਿਰ ਸਾਡਾ ਸਰੂਪ ਉਹਨਾਂ ਦੇ ਘਰ ਵਿੱਚ ਰਹੇ, ਉਨੇ ਦਿਨ ਨਾ ਤਾਂ ਕੋਈ ਮਾਸ ਸ਼ਰਾਬ ਵਰਤੇ ਤੇ ਨਾ ਹੀ ਕੋਈ ਬਾਹਰੋਂ ਵਰਤ ਕੇ ਘਰ ਆਵੇ। ਸਾਡੇ ਸਰੂਪ ਦਾ ਸੁਖ ਆਸਨ ਰਾਤ ਨੂੰ ਪਲੰਘ ਤੇ ਕਰਵਾਇਆ ਜਾਵੇ। ਜੇ ਇਸ ਵਿਧੀ ਤੇ ਸ਼ਰਧਾ ਭਾਵਨੀ ਨਾਲ ਉਹ ਪਾਠ ਕਰਾਉਣਗੇ ਤਾਂ ਲੜਕੀ ਰਾਜੀ ਹੋ ਜਾਵੇਗੀ। ਜੇ ਕਿਸੇ ਕਿਸਮ ਦੀ ਅਣਗਹਿਲੀ ਵਰਤੀ ਤਾਂ ਇਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਨਾਲ ਹੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਬਾਬਾ ਜੀ ਨੂੰ ਹੁਕਮ ਕੀਤਾ ਕਿ ਸਾਰੀ ਸੰਗਤ ਨੂੰ ਸਾਡੇ ਵੱਲੋਂ ਦੱਸ ਦੇਵੋ ਕਿ ਜਦੋਂ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵ ਸਾਡੇ ਸਰੂਪ ਦੇ ਦਰਸ਼ਨ ਕਰਨ ਆਉਣਾ ਹੋਵੇ, ਤਦ ਗਲ ਵਿੱਚ ਹਜੂਰੀਆ ਪਾ ਕੇ ਆਉਣਾ ਚਾਹੀਦਾ ਹੈ। ਪੁਰਾਤਨ ਗੁਰਸਿੱਖ ਹਰ ਵੇਲੇ ਗਲ ਵਿੱਚ ਹਜੂਰੀਆ ਰੱਖਦੇ ਸਨ। ਹਜੂਰੀਆ ਪਾ ਕੇ ਜੋ ਅਰਦਾਸ ਕਰਦਾ ਹੈ ਨਾ, ਅਸੀਂ ਬੜੇ ਧਿਆਨ ਨਾਲ ਉਸ ਦੀ ਕੀਤੀ ਬੇਨਤੀ ਸਰਵਣ ਕਰਦੇ ਹਾਂ। ਹਜੂਰੀਆ ਨਿਮਰਤਾ ਤੇ ਆਜਜ਼ੀ ਦੀ ਨਿਸ਼ਾਨੀ ਹੈ। ਹਰ ਗੁਰਸਿੱਖ ਜੇ ਸਾਰਾ ਦਿਨ ਗਲ ਵਿੱਚ ਹਜੂਰੀਆ ਨਹੀਂ ਰੱਖ ਸਕਦਾ ਤਾਂ ਘੱਟੋ ਘੱਟ ਜਦੋਂ ਸਾਡੇ ਸਰੂਪ ਦੀ ਹਜੂਰੀ ਵਿੱਚ ਹਾਜ਼ਰ ਹੋਣਾ ਹੋਵੇ, ਉਸ ਵੇਲੇ ਗਲ ਵਿੱਚ ਹਜੂਰੀਆ ਪਾ ਕੇ ਸਾਡੇ ਸਨਮੁਖ ਆਵੇ, ਤਦ ਸਾਡੀ ਅਧਿਕ ਖੁਸ਼ੀ ਹੁੰਦੀ ਹੈ। ਬਾਬਾ ਜੀ ਨੇ ਬਠਿੰਡੇ ਵਾਲੇ ਪ੍ਰੇਮੀਆਂ ਨੂੰ, ਜਿਨ੍ਹਾਂ ਦੀ ਲੜਕੀ ਬਿਮਾਰ ਸੀ ਤੇ ਉਸ ਦੇ ਲਈ ਬਾਬਾ ਜੀ ਪਾਸ ਆਏ ਸਨ, ਉਹਨਾਂ ਨੂੰ ਸਤਿਗੁਰੂ ਜੀ ਦਾ ਹੁਕਮ ਦੱਸ ਦਿੱਤਾ ਤੇ ਬਾਕੀ ਸਾਰੀ ਸੰਗਤ ਪ੍ਰਤੀ ਹਜੂਰੀਆ ਧਾਰਨ ਕਰਨ ਦਾ ਜੋ ਆਦੇਸ਼ ਸੀ ਉਹ ਵੀ ਸੰਗਤ ਨੂੰ ਸਾਰੇ ਮਹਾਤਮ ਸਹਿਤ ਦੱਸ ਦਿੱਤਾ ਅਤੇ ਅਰਦਾਸ ਕਰਨ ਲਈ ਜੋ ਪੂਰਨ ਪੁੱਜੇ ਹੋਏ ਗੁਰਸਿੱਖਾਂ ਤੇ ਰਹਿਤਵਾਨ ਗੁਰਸਿੱਖਾਂ ਪ੍ਰਤੀ